ਅੱਛਾ, ਉਸ ਗਰਮੀ ਦੀ ਵਜ੍ਹਾ ਤੋਂ ਪਾਣੀ ਅਸੀਂ ਘੱਟ ਪੀਂਦੇ ਹਾਂ। ਅੱਛਾ ਜੀ। ਡੀਹਾਈਡਰੇਸ਼ਨ ਜ਼ਿਆਦਾ ਹੁੰਦੀ ਹੈ, ਪਸੀਨਾ ਆਉਂਦਾ ਹੈ, ਪੱਥਰੀ ਦੇ ਚਾਂਸਸ ਵੱਧ ਜਾਂਦੇ ਨੇ। ਸਹੀ। ਦੂਸਰੀ ਵਜ੍ਹਾ ਸਾਡਾ ਜਿਹੜਾ ਇਹ ਮਤਲਬ ਖੁਰਾਕ ਹੈ, ਕਿਉਂਕਿ ਸਾਡੀ ਜਿਹੜੀ ਡਾਈਟ ਕੁਆਲਿਟੀ ਹੈ ਉਹ ਇੰਨੀ ਅੱਛੀ ਕੋਈ ਨਹੀਂ। ਸਹੀ। ਅਸੀਂ ਲੋ ਪ੍ਰੋਟੀਨ ਡਾਈਟ ਲੈਂਦੇ ਹਾਂ। ਪਾਣੀ ਸਾਡਾ ਸਾਫ਼ ਕੋਈ ਨਹੀਂ, ਪਾਣੀ ਦੀ ਵੀ ਹਾਲਤ ਪੂਰੀ ਸੁਰੀ ਹੈ। ਹਾਂਜੀ। ਔਰ ਤੀਸਰਾ ਇਹ ਆ ਕਿ ਸਾਡੇ ਜਿਹੜੇ ਬੱਚਿਆਂ 'ਚ ਪੱਥਰੀ ਬਣਨ ਦਾ ਇੱਕ ਵਜ੍ਹਾ ਉਹ ਇਨਫੈਕਸ਼ਨ ਹੈ। ਅੱਛਾ ਜੀ। ਯਾਨੀ ਅਗਰ ਇਨਫੈਕਸ਼ਨ ਹੋ ਗਈ ਹੈ, ਪਿਸ਼ਾਬ ਦੀ ਨਾਲੀ ਦੀ ਇਨਫੈਕਸ਼ਨ ਹੈ, ਉਹਦਾ ਪ੍ਰੋਪਰ ਇਲਾਜ ਨਹੀਂ ਕੀਤਾ ਗਿਆ, ਦਵਾਈ ਨਹੀਂ ਲਈ ਗਈ। ਔਰ ਚੌਥਾ ਮੇਨ ਵਜ੍ਹਾ ਹੈ ਪੈਦਾਇਸ਼ੀ ਨੁਕਸ, ਯਾਨੀ ਪਿਸ਼ਾਬ ਦੀ ਨਾਲੀ ਦੇ ਵਿੱਚ ਅਗਰ ਕੋਈ ਪੈਦਾਇਸ਼ੀ ਨੁਕਸ ਹੈ, ਅੱਛਾ, ਝਿੱਲੀ ਬਣੀ ਹੋਈ ਹੈ, ਪਿਸ਼ਾਬ 'ਚ ਰੁਕਾਵਟ ਪੈਦਾ ਹੋ ਰਹੀ ਹੈ ਔਰ ਉਹਨੂੰ ਨਹੀਂ ਟੈਕਲ ਕੀਤਾ ਗਿਆ ਤਾਂ ਅਲਟੀਮੇਟਲੀ ਉਹ ਕੀ ਕਰੇਗਾ ਕਿ ਪੱਥਰੀ ਬਣਾ ਦੇਗਾ। ਅੱਛਾ ਜੀ। ਸਾਡਾ ਇਲਾਕਾ ਵੈਸੇ ਸਟੋਨ ਬੈਲਟ कहलाता है। अच्छा। मुल्तान, रहीम यार खान, बहावलपुर और अपर सिंध जो है ये सारा स्टोन बेल्ट कहलाता है, क्योंकि सबसे ज़्यादा स्टोन फार्मेशन हमारे इस एरिए में। सही। जिस तरह ਵੱਡਿਆਂ ਦੇ ਵਿੱਚ ਪੱਥਰੀਆਂ ਬਣਦੀਆਂ ਨੇ, ਗੁਰਦਿਆਂ ਦੇ ਵਿੱਚ, ਮਸਾਨੇ ਦੇ ਵਿੱਚ, ਪਿਸ਼ਾਬ ਦੀ ਨਾਲੀ, ਇਸ ਤਰ੍ਹਾਂ ਬੱਚਿਆਂ ਦੇ ਵੀ ਪੱਥਰੀ ਆਉਂਦੀ ਹੈ। ਸਹੀ। ਔਰ ਉਹ ਪੱਥਰੀ ਜਿਹੜੀ ਹੈ ਉਹਦਾ ਇਲਾਜ ਮੌਜੂਦ ਹੈ। ਉਹ ਪਹਿਲੇ ਕੋਸ਼ਿਸ਼ ਹੁੰਦੀ ਹੈ ਕਿ ਬਗੈਰ ਚੀਰੇ ਦੇ ਪੱਥਰੀ ਕੱਢ ਦਿੱਤੀ ਜਾਏ। ਅੱਛਾ ਜੀ। ਹੁਣ ਸਾਡੀ ਕੋਸ਼ਿਸ਼ ਇਹ ਆ ਕਿ ਬਗੈਰ ਚੀਰੇ ਦੇ ਐਂਡੋਸਕੋਪ ਦੇ ਨਾਲ ਉਹਦੀ ਪੱਥਰੀ ਜਿਹੜੀ ਬਾਹਰ ਕੱਢ ਦਿੱਤੀ ਜਾਏ, ਮਸਲਾ ਹੱਲ ਹੋ ਜਾਂਦਾ ਹੈ। ਸਹੀ। ਲੇਕਿਨ ਅਗਰ ਆਪਰੇਸ਼ਨ ਦੀ ਜ਼ਰੂਰਤ ਹੋਵੇ ਤਾਂ ਆਪਰੇਸ਼ਨ ਕਰਕੇ ਵੀ ਪੱਥਰੀ ਕੱਢ ਦਿੱਤੀ ਜਾਂਦੀ ਹੈ। ਸਹੀ। ਪੱਥਰੀ ਕੱਢਣਾ ਇੰਨਾ ਮੁਸ਼ਕਲ ਕੰਮ ਨਹੀਂ, ਲੇਕਿਨ ਪੱਥਰੀ ਨੂੰ ਦੁਬਾਰਾ ਬਣਨ ਤੋਂ ਰੋਕਣਾ ਮੁਸ਼ਕਲ ਕੰਮ। ਹਾਂਜੀ, ਬਿਲਕੁਲ ਸਹੀ। ਅੱਛਾ, ਸਾਡਾ ਕਾਮਨ ਸਿਨੈਰੀਓ ਇਹ ਆ ਕਿ ਅਸੀਂ ਮਰੀਜ਼ ਆਉਂਦਾ ਹੈ, ਉਹਦਾ ਆਪਰੇਸ਼ਨ ਕੀਤਾ ਜਾਂ ਐਂਡੋਸਕੋਪ ਨਾਲ ਉਹਦੀ ਨਾਲੀ ਦੇ ਵਿੱਚੋਂ ਪੱਥਰੀ ਕੱਢ ਦਿੱਤੀ, ਮਰੀਜ਼ ਨੂੰ ਵਾਪਸ ਭੇਜ ਦਿੱਤਾ। ਹਾਂਜੀ। 6 ਮਹੀਨੇ ਸਾਲ ਦੇ ਬਾਅਦ ਦੁਬਾਰਾ ਆਏਗਾ, ਡਾਕਟਰ ਸਾਹਿਬ ਪੱਥਰੀ ਤੇ ਦੁਬਾਰਾ ਬਣ ਗਈ ਹੈ। ਹਾਂਜੀ। ਇਹਨੂੰ ਰੋਕਣ ਵਾਸਤੇ ਸਾਡੇ ਪ੍ਰੀਵੈਂਟਿਵ ਮੈਜਰਸ ਨਾ ਹੋਣ ਦੇ ਬਰਾਬਰ ਨੇ। ਅੱਛਾ ਜੀ। ਯਾਨੀ ਪੱਥਰੀ ਕੱਢਣ ਤੋਂ ਬਾਅਦ ਅਸੀਂ ਬਿਲਕੁਲ ਗਾਈਡ ਨਹੀਂ ਕਰਦੇ। ਇਨ ਜਨਰਲ ਮੈਂ ਗੱਲ ਕਰ ਰਿਹਾ ਹਾਂਜੀ ਕਿ ਇਨ ਜਨਰਲ ਗਾਈਡ ਨਹੀਂ ਕਰਦੇ ਕਿ ਹੁਣ ਦੁਬਾਰਾ ਜਿਹੜੀ ਪੱਥਰੀ ਉਹਨੂੰ ਨਾ ਬਣਨ ਵਾਸਤੇ ਕੀ ਮੈਜਰਸ ਲੈਣੀਆਂ ਨੇ। ਜੀ ਜੀ। ਇਸ ਵਾਸਤੇ ਇਹ ਮੇਰਾ ਮਤਲਬ ਮੈਸੇਜ ਹੈ, ਖਾਸ ਤੌਰ ਤੇ ਆਪਣੇ ਇਸ ਇਲਾਕੇ ਦੇ ਵਿੱਚ, ਕਿਉਂਕਿ ਪੱਥਰੀ ਬੜੀ ਕਾਮਨ ਹੈ, ਕਿ ਪੱਥਰੀ ਨੂੰ ਕੱਢਣ ਤੋਂ ਇਲਾਵਾ ਉਹਨੂੰ ਦੁਬਾਰਾ ਬਣਨ ਨੂੰ ਰੋਕਣ ਵਾਸਤੇ ਵੀ ਬੜਾ ਜ਼ਰੂਰੀ ਹੈ ਕਿ ਬੱਚਿਆਂ ਦੇ ਵਾਲਦੈਨ ਨੂੰ, ਅਗਰ ਬੱਚੇ ਬੜੇ ਨੇ, ਉਹਨਾਂ ਨੂੰ ਗਾਈਡ ਕੀਤਾ ਜਾਏ ਕਿ ਪਾਣੀ ਮੈਕਸਿਮਮ ਲੈਣਾ ਹੈ। ਜੀ ਜੀ। ਗਰਮੀ ਦੇ ਵਿੱਚ ਘੱਟ ਜਾਣਾ ਹੈ। ਸਹੀ। ਅੱਛੀ ਖੁਰਾਕ ਇਸਤੇਮਾਲ ਕਰਨੀ ਹੈ। ਸਹੀ। ਅਗਰ ਇਨਫੈਕਸ਼ਨ ਹੁੰਦੀ ਹੈ ਤਾਂ ਫੌਰਨ ਉਹਦੀ ਦਵਾਈ ਇਸਤੇਮਾਲ ਕਰਨੀ ਹੈ। ਜੀ ਜੀ। ਅਗਰ ਕੋਈ ਵੈਸੇ ਨਾਲੀ ਦਾ ਕੋਈ ਮਸਲਾ ਹੈ ਤਾਂ ਉਹਦਾ ਇਲਾਜ ਫੌਰਨ ਕਰਾਉਣਾ ਹੈ। ਸਹੀ। ਔਰ ਕੋਸ਼ਿਸ਼ ਕਰਨਾ ਹੈ ਕਿ ਇਮੀਡੀਏਟ ਟ੍ਰੀਟਮੈਂਟ ਲਿਆ ਜਾਏ, ਕਿਉਂਕਿ ਛੋਟੀ ਪੱਥਰੀ ਦਵਾਈ ਦੇ ਨਾਲ ਨਿਕਲ ਜਾਂਦੀ ਹੈ। ਲੇਕਿਨ ਅਗਰ ਉਹਦਾ ਸਾਈਜ਼ ਵੱਡਾ ਹੋ ਗਿਆ ਹੈ, ਗੁਰਦੇ 'ਚ ਪਈ ਹੈ ਜਾਂ ਮਸਾਨੇ 'ਚ ਪਈ ਹੈ, ਤੇ ਫਿਰ ਉਹ ਦਵਾਈ ਨਾਲ ਨਹੀਂ ਨਿਕਲੇਗੀ, ਫਿਰ ਤਾਂ ਉਹਦਾ ਇਲਾਜ ਆਪਰੇਸ਼ਨ ਹੈ ਜਾਂ ਐਂਡੋਸਕੋਪੀ ਹੈ। ਸਹੀ। ਠੀਕ ਹੈ ਨਾ। ਇਸ ਵਾਸਤੇ ਇਹਨੂੰ अर्ਲੀ ਟੈਕਲ ਕਰਨ ਦੇ ਨਾਲ ਮਸਲਾ ਹੱਲ ਹੋ ਜਾਂਦਾ। ਕਿਤਨੇ ਸਾਈਜ਼ ਤੱਕ ਜਿਹੜਾ ਨਾ ਇਹ ਪੱਥਰੀ ਦਾ ਇਲਾਜ ਹੈ ਦਵਾਈਆਂ ਨਾਲ, ਤੇ ਕਿਤਨੇ ਸਾਈਜ਼ ਵੱਡਾ ਥੀ ਵਜੇ ਤੇ ਵੱਲੋਂ ਉਹ ਆਪਰੇਸ਼ਨ ਦੇ ਨਾਲ? ਇਹ ਡਿਪੈਂਡ ਕਰਦਾ ਹੈ ਬੱਚੇ ਦੀ ਉਮਰ ਕਿੰਨੀ ਹੈ। ਅੱਛਾ ਜੀ। ਮਿਸਾਲ ਦੇ ਤੌਰ ਤੇ ਅਗਰ ਪਿਸ਼ਾਬ ਦੀ ਨਾਲੀ ਜਾਂ ਯੂਰੀਟਰ ਦੇ ਵਿੱਚ ਸਟੋਨ ਮੌਜੂਦ ਹੈ 1 ਸੈਂਟੀਮੀਟਰ ਤੱਕ ਦਾ ਵੀ, ਤੇ ਅਗਰ ਬੱਚਾ ਬੜਾ ਹੈ ਤੇ ਉਹ ਆਰਾਮ ਨਾਲ ਸਲਿਪ ਹੋ ਕੇ ਥੱਲੇ ਨਿਕਲ ਜਾਂਦਾ ਹੈ। ਠੀਕ ਹੈ ਨਾ। ਔਰ ਬੜੇ ਦੇ ਵਿੱਚ ਬੜੇ ਸਾਈਜ਼ ਦਾ ਸਟੋਨ ਜਿਹੜਾ ਨਿਕਲ ਜਾਂਦਾ ਹੈ। ਲੇਕਿਨ ਅਗਰ ਬੱਚਾ ਛੋਟਾ ਹੈ ਔਰ ਸਟੋਨ ਦਾ ਸਾਈਜ਼ ਬੜਾ ਹੈ ਤੇ ਫਿਰ ਉਹਦੇ ਨਿਕਲਣ ਦੇ ਚਾਂਸਸ ਘੱਟ ਨੇ। ਫਿਰ ਅਲਟੀਮੇਟਲੀ ਸਾਨੂੰ ਜਾਂ ਐਂਡੋਸਕੋਪ, ਡੋਰਮੀਆ ਬਾਸਕਟ ਯੂਜ਼ ਕਰਨੀ ਪੈਂਦੀ ਜਾਂ ਫਿਰ ਆਪਰੇਸ਼ਨ ਦੇ ਨਾਲ ਉਹਦੀ ਜਿਹੜੀ ਪੱਥਰੀ ਕੱਢਣੀ ਪੈਂਦੀ ਹੈ। ਜਿਹੜੇ ਛੋਟੇ ਜ਼ਰਾਤ ਨੇ, ਇਨੀਸ਼ੀਅਲ ਸਟੇਜ ਕਨਕਰੀਸ਼ਨਸ ਜਾਂ ਜ਼ਰਾਤ ਹੁੰਦੇ ਨੇ, ਇਹ ਉਹ ਨੇ ਜਿਹੜੇ ਆਮ ਤੌਰ ਤੇ ਦਵਾਈ ਦੇ ਨਾਲ, ਪਾਣੀ ਜ਼ਿਆਦਾ ਪੀਣ ਦੇ ਨਾਲ, ਪਿਸ਼ਾਬ ਖੁੱਲਾ ਆਉਣ ਦੇ ਨਾਲ ਜਿਹੜੇ ਨਿਕਲ ਜਾਂਦੇ ਨੇ। ਸਹੀ। ਔਰ ਇਹਦੇ ਜਿਹੜਾ ਇੱਥੋਂ ਜਾਨ ਛੁੱਟ ਜਾਂਦੀ ਹੈ। ਸਹੀ। ਟਮਾਟਰ ਜਿਹੜਾ ਸਾਡੇ ਇਲਾਕੇ 'ਚ ਬੜਾ ਕਾਮਨਲੀ ਇਸਤੇਮਾਲ ਹੁੰਦਾ ਹੈ। ਬਿਲਕੁਲ ਜੀ। ਟਮਾਟਰ ਦੇ ਨਾਲ ਪੱਥਰੀ ਬਣਨ ਦੇ ਚਾਂਸਸ ਜ਼ਿਆਦਾ ਨੇ। ਅੱਛਾ ਜੀ। ਸਬਜ਼ ਪੱਤਿਆਂ ਵਾਲੀਆਂ ਸਬਜ਼ੀਆਂ, ਇਹਨਾਂ ਦੇ ਨਾਲ ਪੱਥਰੀ ਬਣਨ ਦੇ ਚਾਂਸਸ ਜ਼ਿਆਦਾ ਨੇ। ਸਹੀ। ਠੀਕ ਹੈ ਨਾ। ਡੀਹਾਈਡਰੇਸ਼ਨ ਬਹੁਤ ਕਾਮਨ ਫੈਕਟਰ ਹੈ। ਅੱਛਾ ਜੀ। ਕਿ ਅਸੀਂ ਦਿਨ ਦੇ ਵਿੱਚ ਟੋਟਲ 2 ਜਾਂ 4 ਗਲਾਸ ਪਾਣੀ ਪੀ ਕੇ ਕਹਿੰਦੇ ਬੜਾ ਮਤਲਬ ਪਾਣੀ ਪੀ ਲਿਆ ਹੈ, ਲੇਕਿਨ ਅਗਰ ਕਿਸੇ ਫੈਮਿਲੀ 'ਚ ਟੈਂਡੈਂਸੀ ਹੈ ਪੱਥਰੀ ਬਣਨ ਦੀ, ਹਾਂਜੀ, ਜਾਂ ਕਿਸੇ ਦੀ ਪਹਿਲੇ ਪੱਥਰੀ ਬਣੀ ਔਰ ਆਪਰੇਸ਼ਨ ਹੋਇਆ ਹੈ ਔਰ ਦੁਬਾਰਾ ਬਣਨ ਤੋਂ ਰੋਕਣਾ ਹੈ, ਹਾਂਜੀ, ਤਾਂ ਉਹਨੂੰ ਮੈਕਸਿਮਮ ਪਾਣੀ ਪੀਣਾ ਚਾਹੀਦਾ ਹੈ। ਅੱਜ ਕੱਲ੍ਹ ਬੋਟਲਸ ਅਵੇਲੇਬਲ ਨੇ, ਹਾਂਜੀ, ਪਾਣੀ ਭਰ ਕੇ ਨਾਲ ਰੱਖ, ਜਦੋਂ ਪਿਆਸ ਲੱਗੇ ਪਾਣੀ ਦਾ ਇਸਤੇਮਾਲ ਕਰਨ। ਔਰ ਪਿਸ਼ਾਬ ਨੂੰ ਕਦੀ ਵੀ ਰੋਕਣਾ ਨਹੀਂ ਚਾਹੀਦਾ। ਸਹੀ। ਪਿਸ਼ਾਬ ਜੋ ਹੀ ਆਇਆ ਉਹਨੂੰ ਕਰਨਾ ਚਾਹੀਦਾ ਹੈ ਤਾਂ ਕਿ ਘੱਟ ਤੋਂ ਘੱਟ ਸਟੇਸਿਸ ਹੋਵੇ, ਯਾਨੀ ਪਿਸ਼ਾਬ ਰੁਕੇਗਾ, ਸਟੇਸਿਸ ਹੋਏਗਾ ਤੇ ਪੱਥਰੀ ਦੇ ਬਣਨ ਦੇ ਚਾਂਸਸ ਜਿਹੜੇ ਨੇ ਉਹ ਜ਼ਿਆਦਾ ਹੋ ਜਾਣਗੇ। ਠੀਕ ਹੈ ਨਾ। ਸਹੀ। ਤੇ ਇਸ ਵਾਸਤੇ ਸਾਡੇ ਜਿਹੜੇ ਵਿਦ ਦਾ ਪੈਸੇਜ ਆਫ ਟਾਈਮ ਲੋਕਾਂ 'ਚ ਅਵੇਅਰਨੈਸ ਕਾਫੀ ਆ ਗਈ ਹੈ ਮਾਸ਼ਾਅੱਲਾ। ਹਾਂਜੀ। ਹੁਣ ਪੱਥਰੀ ਦੇ ਕੇਸਿਸ ਜਿਹੜੇ ਨੇ ਰਿਲੇਟਿਵਲੀ ਘਟੀ ਜਾ ਰਹੇ ਨੇ। ਯਾਨੀ ਇੱਕ ਟਾਈਮ ਸੀ ਕਿ ਜਦੋਂ 3 ਦਫਾ ਵੀ ਆਪਰੇਸ਼ਨ ਹੁੰਦਾ ਸੀ, ਫਿਰ ਲੋਕ ਆ ਜਾਂਦੇ ਸੀ ਦੁਬਾਰਾ, ਜੀ ਪੱਥਰੀ ਦੁਬਾਰਾ ਬਣ ਗਈ ਹੈ। ਲੇਕਿਨ ਰਿਲੇਟਿਵਲੀ ਹੁਣ ਜਿਹੜੇ ਚਾਂਸਸ ਨੇ ਸਟੋਨ ਦੇ ਘਟੀ ਜਾ ਰਹੇ ਨੇ। ਫਿਰ ਐਂਡੋਸਕੋਪੀ ਰਿਜ਼ਲਟ ਇੰਨੇ ਅੱਛੇ ਆ ਗਏ ਨੇ ਕਿ ਬਗੈਰ ਚੀਰੇ ਦੇ ਪੱਥਰੀ ਨਿਕਲ ਜਾਂਦੀ। ਛੁਆਵਾਂ ਦਾ ਰਿਜ਼ਲਟ ਵੀ ਹੈ। ਬੱਚਿਆਂ 'ਚ ਜ਼ਰਾ ਛੁਆਵਾਂ ਘੱਟ ਇਸਤੇਮਾਲ ਕਰਦੇ ਨੇ। ਹਾਂ।
ਬੜੇ ਏਜ ਦੇ ਬੱਚਿਆਂ ਦੀ ਸ਼ਵਾਵਾਂ ਦਾ ਇਸਤੇਮਾਲ ਹੋ ਜਾਂਦਾ ਹੈ। ਸਹੀ। ਐਡਲਟ ਵਿੱਚ ਸ਼ਵਾਵਾਂ ਦਾ ਰਿਜ਼ਲਟ ਬਹੁਤ ਅੱਛਾ ਹੈ। ਉਹ 'ਚ ਥੱਲੇ ਇੱਕ ਨਾਲੀ ਪਾ ਦਿੱਤੀ ਜਾਂਦੀ ਹੈ, ਸ਼ਵਾਵਾਂ ਲਾ ਕੇ ਪੱਥਰੀ ਦੇ 3 ਜਾਂ 4 ਪੀਸ ਹੋ ਜਾਂਦੇ ਨੇ, ਉਹ ਨਾਲੀ ਦੇ ਜ਼ਰੀਏ ਬਾਹਰ ਨਿਕਲ ਜਾਂਦੇ ਨੇ, ਜਾਨ ਛੁੱਟ ਜਾਂਦੀ ਹੈ। ਲਿਥੋਟ੍ਰਿਪਸੀ, ਲਿਥੋਟ੍ਰਿਪਸੀ, ਐਕਸਟਰਾ ਕਾਰਪੋਰੀਅਲ ਸ਼ੌਕ ਵੇਵ ਲਿਥੋਟ੍ਰਿਪਸੀ, ਸਹੀ, ਇਹ ਮੌਜੂਦ ਹੈ। ਇਹਦੀ ਸਹੂਲਤ ਸਾਡੇ ਇੱਥੇ ਨਿਸ਼ਤਰ ਦੇ ਵਿੱਚ ਮੌਜੂਦ ਬਿਲਕੁਲ ਮੌਜੂਦ ਹੈ। ਔਰ ਨਿਸ਼ਤਰ ਦੇ ਵਿੱਚ ਤਾਂ ਮਾਸ਼ਾਅੱਲਾ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਸੀਜਨ ਲੈਸ ਸਰਜਰੀ, ਅੱਛਾ ਜੀ, ਯਾਨੀ ਕੋਈ ਵੀ ਪੱਥਰੀ ਵਾਲਾ ਪੇਸ਼ੈਂਟ ਜਿਹੜਾ, ਔਰ ਸਾਡੇ ਪ੍ਰਿੰਸੀਪਲ ਸਾਹਿਬ ਦਾ ਵਿਜ਼ਨ ਹੈ ਕਿ ਕੋਈ ਵੀ ਪੱਥਰੀ ਵਾਲਾ ਪੇਸ਼ੈਂਟ ਅਗਰ ਆਏਗਾ ਤਾਂ ਉਹਦੇ ਵਿੱਚ ਚੀਰਾ ਦੇਣ ਦੀ ਜ਼ਰੂਰਤ ਨਹੀਂ, ਉਹਨੂੰ ਬਗੈਰ ਚੀਰੇ ਦੇ ਹੀ ਜਿਹੜਾ ਵਾ ਉਹਨੂੰ ਕੱਢਿਆ ਜਾਏਗਾ ਐਂਡੋਸਕੋਪ ਦੇ ਨਾਲ, ਭਾਵੇਂ ਉਹ ਗੁਰਦੇ ਦੇ ਵਿੱਚ ਹੈ, ਮਸਾਨੇ ਦੇ ਵਿੱਚ ਹੈ ਜਾਂ ਨਾਲੀ ਦੇ ਵਿੱਚ, ਜਾਂ ਨਾਲੀ 'ਚ ਹੋਵੇ, ਉਹਨੂੰ ਬਗੈਰ ਉਹਦੇ ਕੱਢਤਾ ਜਾਏਗਾ ਇਨਸ਼ਾਅੱਲਾ। ਸਹੀ। ਔਰ ਬਹੁਤ ਜਲਦ ਇਹ ਮਤਲਬ ਸਾਡਾ ਵਿਜ਼ਨ ਹੈ ਇੱਥੇ ਸਹੂਲਤ ਮੌਜੂਦ ਹੋਏਗੀ, ਔਰ ਅੱਲਾ ਖੈਰ करे ਸਾਰੇ ਮਰੀਜ਼ ਜਿਹੜੇ ਨੇ ਬਗੈਰ ਆਪਰੇਸ਼ਨ ਦੇ ਇਲਾਜ ਹੋਣਗੇ। ਡਾਕਟਰ ਸਾਹਿਬ ਬਹੁਤ ਇੱਕ ਅਹਿਮ ਨੁਕਤਾ ਮੈਂ ਤੁਹਾਡੇ ਕੋਲੋਂ ਪੁੱਛਦਾ ਪਿਆ, ਅਸਾਂ ਬਹਸੀਅਤ ਮੁਸਲਮਾਨ ਸਾਡੇ ਤੇ ਫਰਜ਼ ਹੈ ਖਤਨਾ ਕਰਵਾਉਣਾ, ਅਸਾਂ ਬਹੁਤ ਸਾਰਾ ਮਤਲਬ ਇਹਦੇ ਵਿੱਚ ਗਲਤੀ ਕਰ ਰਹੇ ਨੇ, ਉਹਦੇ ਬਾਰੇ ਦੱਸੋ ਕਿ ਖਤਨਾ ਕਿਹੜੀ ਉਮਰ 'ਚ ਕਰਵਾਉਣਾ ਚਾਹੀਦਾ ਤੇ ਕਿੱਥੋਂ ਕਰਵਾਉਣਾ ਚਾਹੀਦਾ? ਖਤਨਾ ਕਰਨਾ ਜਾਂ ਸੁਨਨਤ ਕਰਨਾ ਜਿਹੜਾ ਉਹ ਜ਼ਾਹਰੀ ਗੱਲ ਹੈ, ਸਾਡਾ ਇੱਕ ਮਜ਼ਹਬੀ ਅਕੀਦਾ ਹੈ ਔਰ ਫਰੀਜ਼ਾ ਹੈ ਸਾਡਾ, ਔਰ ਹਰ ਇੱਕ ਜਿਹੜਾ ਬੱਚਾ ਪੈਦਾ ਹੁੰਦਾ ਹੈ ਉਹਦੀ ਖੁਸ਼ੀ ਕਰਨੀ ਹੁੰਦੀ ਹੈ ਖਤਨਾ ਕਰਨਾ, ਠੀਕ ਹੈ ਨਾ। ਤੇ ਖਤਨੇ ਦੇ ਬਾਰੇ ਦੇ ਵਿੱਚ ਜਿਹੜਾ ਉਹ ਲੋਕ ਜਿਹੜੇ ਬਹੁਤ ਇਹਨੂੰ ਕੈਜੂਅਲ ਲੈਂਦੇ ਨੇ ਜਾਂ ਇਹਨੂੰ ਆਮ ਲੈਂਦੇ ਨੇ ਕਿ ਖਤਨਾ ਕਰਨਾ ਹੈ ਤੇ ਇਹਦੇ ਵਾਸਤੇ ਕਿਸੇ ਸਪੈਸ਼ਲਿਸਟ ਡਾਕਟਰ ਦਾ ਹੋਣਾ ਜਾਂ ਈਵਨ ਕਿਸੇ ਡਾਕਟਰ ਦੇ ਹੋਣ ਦੀ ਜ਼ਰੂਰਤ ਨਹੀਂ। ਸਹੀ। ਉਹ ਸਮਝਦੇ ਨੇ ਖਤਨਾ ਹੀ ਕਰਾਉਣਾ ਹੈ ਤੇ ਬਸ ਗਾਉਂ ਦਾ ਨਾਈ ਜਿਹੜਾ ਹੈ ਉਹ ਠੀਕ ਹੈ, ਸਹੀ, ਉਹ ਕਰੇਗਾ ਖਤਨੇ ਇਹਦੇ, ਠੀਕ ਹੈ ਨਾ। ਅਜੇ ਵੀ ਤੁਸੀਂ ਦੇਖੋ ਕਿ ਮੀਡੀਆ ਦਾ ਦੌਰ ਹੈ, ਇੰਟਰਨੈਟ ਵੀ ਆਮ ਹੋ ਗਿਆ ਹੈ, ਲੋਕਾਂ ਦੀ ਇਨਫੋਰਮੇਸ਼ਨ ਪਹਿਲੇ ਨਾਲੋਂ ਬਹੁਤ ਜ਼ਿਆਦਾ ਹੋ ਗਈ ਹੈ, ਹਾਂਜੀ, ਲੇਕਿਨ ਸਟਿਲ ਜਿਹੜੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਆਪਣੇ ਬੱਚਿਆਂ ਦੇ ਖਤਨੇ ਗਾਉਂ ਦੇ ਵਿੱਚ ਨਾਈ ਕੋਲੋਂ ਕਰਵਾ ਰਹੇ ਨੇ। ਜੀ ਜੀ। ਅੱਛਾ, ਉਹਨਾਂ ਕੋਲੋਂ ਅਗਰ ਪੁੱਛਿਆ ਜਾਏ ਤਾਂ ਇਹ ਕਹਿੰਦੇ ਨੇ ਜੀ ਸਾਡੇ ਤਾਂ ਜਿਹੜਾ ਉਹ ਦਾਦਾ ਜਿਹੜਾ ਨੇ ਜਾਂ ਨਾਨਾ ਜਿਹੜਾ ਹੈ ਉਹ ਕਹਿੰਦੇ ਨੇ ਜੀ ਸਾਡੇ ਵੀ ਇਹਨਾਂ ਨੇ ਕੀਤੇ ਸੀ, ਸਾਡੇ ਤੋਂ ਪਹਿਲੇ ਵੀ ਇਹੀ ਕਰਦੇ ਆ ਰਹੇ ਨੇ, ਜੱਦੀ ਪੁਸ਼ਤੀ ਕੰਮ ਖਤਨੇ ਵਾਲਾ ਹੋ ਰਿਹਾ ਹੈ। ਸਹੀ। ਲੇਕਿਨ ਮੈਂ ਇਹ ਦੱਸਾਂ ਕਿ ਖਤਨੇ ਜਿਹੜਾ ਉਹਨਾਂ ਦੇ ਕਰਨ ਤੋਂ ਬਾਅਦ ਜਿਹੜੇ ਮਸਲੇ ਮਸਾਇਲ ਨੇ ਉਹ ਇੰਨੇ ਖਤਰਨਾਕ ਨੇ ਕਿ ਅਗਰ ਉਹ ਵਾਲਿदैन ਨੂੰ ਪਹਿਲੇ ਪਤਾ ਹੋਵੇ ਤਾਂ ਕਦੀ ਵੀ ਇਸ ਤਰ੍ਹਾਂ ਨਾ ਸੋਚਣ। ਮਤਲਬ ਅਸੀਂ ਐਸੇ ਕੇਸਿਸ ਵੀ ਦੇਖੇ ਨੇ ਕਿ ਖਤਨਾ ਕਰਨ ਦੇ ਦੌਰਾਨ ਉਹਦਾ ਉਤਲਾ ਹਿੱਸਾ ਕੱਟ ਦਿੱਤਾ ਗਿਆ। ਅੱਛਾ। ਔਰ ਜਦੋਂ ਉਤਲਾ ਹਿੱਸਾ ਜਾਂ ਕੈਪ ਜਿਹੜੀ ਉਹ ਕੱਟ ਹੋ ਜਾਂਦੀ ਹੈ ਤੇ ਅਲਟੀਮੇਟਲੀ ਉਹਦਾ ਜਿਹੜਾ ਤਰੀਕਾ ਇਲਾਜ ਲੰਬਾ ਵੀ ਔਰ ਮੁਸ਼ਕਲ ਵੀ ਹੈ, ਠੀਕ ਹੈ ਨਾ। ਸਹੀ। ਕਈ ਦਫਾ ਖਤਨਾ ਕਰਨ ਦੇ ਦੌਰਾਨ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਉਹ ਬਲੀਡਿੰਗ ਨੂੰ ਰੋਕਣ ਦਾ ਉਹਦੇ ਕੋਲ ਕੋਈ ਹੱਲ ਨਹੀਂ। ਸਹੀ। ਸਵਾਏ ਇਹਦੇ ਕਿ ਉਹ ਜਿਹੜੀ ਉਹ ਲਾਉਂਦੇ ਨੇ ਰਾਖ ਵਗੈਰਾ ਔਰ ਮਿੱਟੀ ਜਾਂ ਉਹ ਗੋਬਰ ਸ਼ੋਬਰ ਕੋਈ ਲਾਉਂਦੇ ਨੇ, ਲੇਕਿਨ ਉਹ ਬਲੀਡਿੰਗ ਜਿਹੜੀ ਉਹਦੇ ਨਾਲ ਨਹੀਂ ਰੁਕਦੀ, ਅਲਟੀਮੇਟਲੀ ਇਹ ਬਲੀਡਿੰਗ ਦੀ ਵਜ੍ਹਾ ਤੋਂ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਸਹੀ। ਔਰ ਤੀਸਰਾ ਇਹ ਆ ਕਿ ਕਈ ਦਫਾ ਉਹ ਸਕਿਨ ਇੰਨੀ ਥੋੜੀ ਕਰ ਦਿੰਦੇ ਨੇ ਕਿ ਦੁਬਾਰਾ ਸਕਿਨ ਉੱਤੇ ਆ ਕੇ ਜੁੜ ਜਾਂਦੀ ਹੈ, ਠੀਕ ਹੈ ਨਾ। ਯਾਨੀ ਖਤਨੇ ਦੇ ਜਿਹੜੇ ਅਗਰ ਕੋਈ ਨਾਨ ਪ੍ਰੋਫੈਸ਼ਨਲ ਬੰਦਾ ਕਰ ਰਿਹਾ ਹੈ ਤੇ ਇਹਦੇ ਮਸਲੇ ਮਸਾਇਲ ਬੇਤਹਾਸ਼ਾ ਨੇ, ਠੀਕ ਹੈ ਨਾ। ਮੇਰਾ ਇਹ ਰਿਕੁਐਸਟ ਹੈ ਆਮ ਆਵਾਮ ਵਾਸਤੇ ਵੀ ਕਿ ਖਤਰਿਆਂ ਨੂੰ ਇੰਨਾ ਕੈਜੂਅਲ ਨਾ ਲਿਆ ਜਾਏ। ਖਤਰਾ ਹਮੇਸ਼ਾ ਕਿਸੇ ਪ੍ਰੋਫੈਸ਼ਨਲ ਕੋਲੋਂ ਜਾਂ ਕਮ ਅਜ਼ ਕਮ ਕਿਸੇ ਡਾਕਟਰ को कराया जाए। सही। और इनू प्रॉपर प्लान करके कराया जाए, यानी इनू इस तरह नहीं है कि बस फटाफट गए तो करा के आ गए, इनू प्लान करके कराया जाए। और ये वास्ते टेस्ट ने कुछ वो भी कराए जाए, बिल्कुल मैं पहले चेक भी किया जाए कि खतना जड़ा वा ये हुण करना है या थोड़ा लेट करना है। सही। और खतने तो पहले उसका सुराख देखना बड़ा जरूरी है। हाँ जी। कई दफ़ा पेशाब का सुराख पिछे होंदा है, हाँ जी, और खतना हो जाता है, बाद सुराख नूं अगे करने वास्ते जो ऑपरेशन करना होंदा है मुश्किल हो जाता है। अच्छा जी, ठीक है ना। और अगर बच्चे ਨੂੰ ਯਰਕਾਨ ਹੈ, ਬੱਚਾ ਕਮਜ਼ੋਰ ਹੈ ਜਾਂ ਕਿਸੇ ਫੈਮਿਲੀ 'ਚ ਬਲੀਡਿੰਗ ਡਿਸਆਰਡਰ ਹੈ, ਖੂਨ ਨਾ ਜੰਮਣ ਦੀ ਬਿਮਾਰੀ ਹੈ, ਉਹਦਾ ਖਤਨਾ ਬਿਲਕੁਲ ਵੀ ਆਮ ਜਗ੍ਹਾ ਤੋਂ ਨਾ ਕਰਾਇਆ ਜਾਏ। ਉਹਨੂੰ ਪ੍ਰੋਪਰ ਟਰਸ਼ਰੀ ਕੇਅਰ ਹਸਪਤਾਲ ਜਾਂ ਵੱਡੇ ਹਸਪਤਾਲ 'ਚ ਦਾਖਲ ਕਰਵਾ ਕੇ ਉਹਦਾ ਸਾਰੀਆਂ ਚੀਜ਼ਾਂ ਨਾਰਮਲਾਈਜ਼ ਕਰਕੇ ਟੈਸਟ ਕਰਾ ਕੇ ਫਿਰ ਕੀਤਾ ਜਾਏ। ਸਹੀ। ਫਿਰ ਉਹਦਾ ਰਿਜ਼ਲਟ ਵੀ ਬੜਾ ਅੱਛਾ ਆਉਂਦਾ ਹੈ, फिर ठीक है। बाकी खतने के वास्ते कोई एज स्पैसिफिक नहीं, आम तौर पर यरकान बच्चे का 10वां दिन तक क्लीयर हो जाता है, फिजियोलॉजिकल जांडस जोड़ा है जी जी, और उस जांडस के क्लीयर होने तो बाद बच्चे का खतना किया जा सकता है। सही, ठीक है ना। ठीक। लेकिन अगर बच्चा बड़ा हो जाएगा 5 साल का 6 साल का है तो ऑबवियस है कि उन्होंने फिर लोकल या सुन करके करना मुश्किल है, फिर ये बच्चों को बेहोश करके खतना करना। सही। डॉक्टर साहब असा अक्सर अखबारात पढ़ते हैं कि लड़की लड़का बन गया या लड़का है वो लड़की बन गई, ये क्या चक्कर है? बड़ा इंपॉर्टेंट और वैलिड सवाल है जी, थैंक यू। ये वो मसला है कि जिहदी वजह तो मतलब अक्सर अखबारां दे विच मीडिया दे विच ये जिहड़े वाक़ियात इस तरह हुंदे ने और लोग बड़े परेशान हुंदे ने, अपसैट हुंदे ने कि ये की चीज़ है, किस तरह हो गया है।
ਇਹ ਵੀ ਸਪੈਸੀਫਿਕਲੀ ਪੀਡੀਆਟ੍ਰਿਕ ਸਰਜਰੀ ਦੇ ਡੋਮੇਨ 'ਚ ਆਉਂਦਾ ਹੈ, ਯਾਨੀ ਬੱਚਿਆਂ ਦੀ ਸਰਜਰੀ ਦੇ ਵਿੱਚ ਹੀ ਆਉਂਦਾ ਹੈ। ਸਹੀ। ਇਹ ਉਹ ਬੱਚੇ ਨੇ ਜਦੋਂ ਪੈਦਾ ਹੁੰਦੇ ਨੇ ਤੇ ਇਹਨਾਂ ਦਾ ਜਿਹੜੇ ਅਜ਼ਾ ਨੇ ਸੈਕਸੁਅਲ ਆਰਗਨ ਜਾਂ ਬੈਰੂਨੀ ਅਜ਼ਾ ਕਹਿ ਲਓ, ਜੀ ਜੀ ਇਹ ਵਾਜ਼ੇ ਨਹੀਂ ਹੁੰਦੇ। ਜੀ ਜੀ ਯਾਨੀ ਬੱਚਾ ਪੈਦਾ ਹੋਇਆ ਹੈ ਤੇ ਇਹ ਕਲੀਅਰ ਨਹੀਂ ਹੋ ਰਿਹਾ ਕਿ ਇਹਦਾ ਜਿਹੜਾ ਉਹ ਮੇਲ ਵਾਲਾ ਸਿਸਟਮ ਜ਼ਿਆਦਾ ਹੈ, ਮਰਦਾਨਾ ਹੈ, ਜਾਂ ਜ਼ਨਾਨਾ ਅਜ਼ਾ ਜ਼ਿਆਦਾ ਨੇ। ਅੱਛਾ, ਹੁੰਦਾ ਇਹ ਆ ਕਿ ਜਿਹੜੇ ਉਹ ਦਾਦੀ ਨਾਨੀ ਜਾਂ ਜਿਹੜੇ ਘਰ ਵਾਲੇ ਵੱਡੇ ਨੇ ਉਹ ਦੇਖਦੇ ਨੇ ਕਿ ਕਿਸ ਤਰਫ ਜ਼ਿਆਦਾ ਲੱਗ ਰਿਹਾ ਹੈ, ਹਾਂਜੀ ਔਰ ਆਮ ਤੌਰ ਤੇ ਉਹਨੂੰ ਉਹੀ ਨਾਂ ਦੇ ਕੇ ਬੱਚੇ ਨੂੰ ਉਹਨੂੰ ਬੜਾ ਕਰਨਾ ਸ਼ੁਰੂ ਕਰ ਦਿੰਦੇ ਨੇ। ਸਹੀ। ਮਿਸਾਲ ਦੇ ਤੌਰ ਤੇ ਅਗਰ ਉਹਨੇ ਦੇਖਿਆ ਹੈ ਕਿ ਇਹ ਜ਼ਿਆਦਾ ਮਰਦਾਨਾ ਅਜ਼ਾ ਦੀ ਤਰਫ ਜ਼ਿਆਦਾ ਲੱਗ ਰਿਹਾ ਹੈ, ਹਾਂਜੀ ਠੀਕ ਹੈ ਨਾ, ਤੇ ਉਹਨੂੰ ਫਿਰ ਮੇਲ ਜਾਂ ਮਰਦ ਦਾ ਨਾਂ ਜਾਂ ਕੋਈ ਵੀ ਬੱਚੇ ਦਾ ਨਾਂ ਦੇ ਕੇ ਉਹਨੂੰ ਵੱਡਾ ਕਰਨਗੇ। ਸਹੀ। ਲੇਕਿਨ ਇਹ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ 12 ਸਾਲ 14 ਸਾਲ 16 ਸਾਲ ਤੱਕ, ਜੀ ਜੀ ਤੇ ਇਹਨਾਂ ਦੇ ਜਿਹੜੇ ਹਾਰਮੋਨ ਨੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਹਾਂਜੀ ਔਰ ਉਹ ਹਾਰਮੋਨ ਜ਼ਨਾਨਾ ਵਾਲੇ ਹੁੰਦੇ ਨੇ, ਤੇ ਫਿਰ ਇਹਨਾਂ 'ਚ ਬੜੇ ਮਸਲੇ ਮਸਾਇਲ ਪੈਦਾ ਹੁੰਦੇ ਨੇ। ਸਹੀ। ਫਿਰ ਇਹ ਉਹ ਬੱਚੇ ਜਿਹੜੇ ਨੇ, ਉਹ ਜ਼ਾਹਿਰੀ ਗੱਲ ਹੈ ਉਹ ਹਾਰਮੋਨ ਫੀਮੇਲ ਵਾਲੇ ਨੇ ਨਾ, ਜ਼ਨਾਨਾ ਵਾਲੇ ਨੇ, ਜੀ ਜੀ ਔਰ ਨਾ ਉਹਦਾ ਮਰਦਾਨਾ ਰੱਖਿਆ ਹੋਇਆ ਹੈ। ਹਾਂਜੀ ਫਿਰ ਇਹ ਬੱਚੇ ਡਾਕਟਰ ਕੋਲ ਪਹੁੰਚਦੇ ਨੇ ਜੀ ਕਿ ਇਹਦਾ ਹੁਣ ਕੋਈ ਹੱਲ ਕਰੋ, ਹਾਲਾਂਕਿ ਉਸ ਸਟੇਜ ਤੇ ਹੱਲ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਸਹੀ। ਤੇ ਹੱਲ ਤਾਂ ਉਸ ਵਕਤ ਵੀ ਮੌਜੂਦ ਹੈ, ਲੇਕਿਨ ਅਗਰ ਉਹ ਬੱਚਾ ਪੈਦਾ ਹੋਇਆ ਸੀ, ਉਹਦਾ ਨੁਕਸ ਸੀ, ਉਹਦੇ ਗੈਰ ਵਾਜ਼ੇ ਸੀ ਸੈਕਸ ਕਿ ਮਰਦਾਨਾ ਹੈ ਜਾਂ ਜ਼ਨਾਨਾ ਹੈ, ਤੇ ਉਦੋਂ ਹੀ ਅਗਰ ਉਹ ਲੈ ਆਉਂਦੇ ਤਾਂ ਉਹਦੇ ਪ੍ਰੋਪਰ ਇਨਵੈਸਟੀਗੇਸ਼ਨ ਕਰਨ ਦੇ ਨਾਲ, ਟੈਸਟ ਕਰਨ ਦੇ ਨਾਲ, ਉਹਨੂੰ ਅਸੀਂ ਉਹਦੇ ਵਾਲਦੈਨ ਦੇ ਨਾਲ ਡਿਸਕਸ ਕਰਕੇ ਉਹਦਾ ਉਹੀ ਨਾਂ ਰੱਖਦੇ ਜਿਹੜਾ ਬਾਅਦ 'ਚ ਵੀ ਚੱਲਦਾ ਰਹਿੰਦਾ। ਸਹੀ। ਸਮਝ ਗਿਆ ਨਾ ਗੱਲ? ਜੀ ਬਿਲਕੁਲ। ਕਿ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਪ੍ਰੋਪਰ ਨਾਂ ਦੇਣ ਤੋਂ ਪਹਿਲੇ ਡਾਕਟਰ ਦੇ ਨਾਲ ਔਰ ਟੈਸਟ ਕਰਕੇ ਡਾਇਗਨੋਜ਼ ਕਰਨਾ ਜ਼ਰੂਰੀ ਹੈ। ਸਹੀ। ਸਭ ਤੋਂ ਇੰਪੋਰਟੈਂਟ ਟੈਸਟ ਹੈ ਕੈਰੀਓਟਾਈਪਿੰਗ। ਕੈਰੀਓਟਾਈਪਿੰਗ ਹੈ ਕਿ ਜੀਨ ਦੇ ਲੈਵਲ ਤੇ ਜਾ ਕੇ ਚੈੱਕ ਕਰ ਲਿਆ ਜਾਂਦਾ ਹੈ ਕਿ XX ਹੈ ਜਾਂ XY। XY। XX जो है वो लड़कियां हैं, फीमेल हैं, सही। और XY जो है वो मेल है। सही। तो लिहाजा जीन के लेवल पे टेस्ट करके चेक करने के बाद इसको नाम दे दें। जो मेल है उसका मेल नाम आ जाएगा, फीमेल वाले का फीमेल आ जाएगा। फिर ਉਹਦੇ ਬਾਅਦ ਜਿਹੜਾ ਹੈ ਇਹਨਾਂ ਨੂੰ ਬੱਚਿਆਂ ਨੂੰ ਫਰਦਰ ਅੱਗੇ ਟੈਸਟ ਕਰਕੇ ਉਹਨਾਂ ਦੇ ਆਪਰੇਸ਼ਨ ਕਰਕੇ ਉਹਨਾਂ ਨੂੰ ਸੈੱਟ ਕੀਤਾ ਜਾਂਦਾ ਹੈ। ਸਹੀ। ਅੱਛਾ, ਇਹ ਅਖਬਾਰ ਵਾਲੇ ਬੱਚੇ ਉਹ ਨੇ ਜਿਨ੍ਹਾਂ ਨੂੰ ਪਹਿਲੇ ਚੈੱਕ ਨਹੀਂ ਪ੍ਰਾਪਰ ਕਰਾਇਆ ਜਾਂਦਾ, ਇਹ ਹਿਡਨ ਰਹਿ ਜਾਂਦੇ ਨੇ, ਕਿਉਂਕਿ ਹੋ ਜਾਂਦੇ ਨੇ, ਲੇਕਿਨ ਜਦੋਂ ਪਬਰਟ ਹੈ ਹਾਂਜੀ ਉਹ ਫਿਰ ਸ਼ਰਮਸਾਰੀ ਦੀ ਵਜ੍ਹਾ ਤੋਂ ਦਿਖਾਉਂਦਾ ਵੀ ਕੋਈ ਨਹੀਂ, ਈਵਨ ਆਪਣੇ ਪੇਰੈਂਟਸ ਦੇ ਸਾਹਮਣੇ ਵੀ ਉਹ ਇੰਨੀ ਚੀਜ਼ ਕਲੀਅਰ ਨਹੀਂ ਹੁੰਦੀ। ਜੀ ਜੀ। ਫਿਰ ਇਹ ਬੜੇ ਹੋ ਜਾਂਦੇ ਨੇ, ਲੇਕਿਨ ਜਦੋਂ ਪਬਰਟੀ ਦੀ ਏਜ ਵਿੱਚ ਆ ਜਾਂਦੇ ਨੇ, ਯਾਨੀ ਜਵਾਨੀ ਦੀ ਉਮਰ 'ਚ ਆਉਂਦੇ ਨੇ, ਫਿਰ ਇਹ ਡਾਕਟਰ ਕੋਲ ਪਹੁੰਚਦੇ ਨੇ। ਸਹੀ। ਫਿਰ ਉਹਨਾਂ ਦੇ ਦੁਬਾਰਾ ਟੈਸਟ ਕੀਤੇ ਜਾਂਦੇ ਨੇ। ਟੈਸਟ ਕਰਨ ਤੋਂ ਬਾਅਦ ਪਤਾ ਚੱਲਦਾ ਜੀ ਇਹਦਾ ਨਾਂ ਤਾਂ ਰੱਖਿਆ ਸੀਗਾ ਔਰਤਾਂ ਵਾਲਾ, ਲੇਕਿਨ ਇਹ ਤਾਂ ਮਰਦ ਹੈ, ਮਰਦ ਬਣ ਗਏ। ਫਿਰ ਉਦੋਂ ਨਾਂ ਚੇਂਜ ਹੋ ਜਾਂਦਾ ਹੈ। ਔਰ ਜ਼ਾਹਿਰੀ ਗੱਲ ਜਦੋਂ ਨਾਂ ਚੇਂਜ ਹੋਏਗਾ ਤੇ ਉਹ ਪੂਰੇ ਇਲਾਕੇ ਦੇ ਵਿੱਚ ਔਰ ਅਖਬਾਰਾਂ ਦੇ ਵਿੱਚ ਔਰ ਮੀਡੀਆ ਦੇ ਵਿੱਚ ਤਾਂ ਆਏਗੀ ਸਹੀ ਗੱਲ। ਤੇ ਮੇਰਾ ਮਤਲਬ ਇਹਦੇ ਵਿੱਚ ਸੀਰੀਅਸ ਮੈਸੇਜ ਇਹ ਆ ਕਿ ਇਹਨਾਂ ਬੱਚਿਆਂ ਨੂੰ ਕਦੀ ਵੀ ਹਾਈਡ ਨਾ ਕੀਤਾ ਜਾਏ, ਅੱਛਾ। ਛੁਪਾਇਆ ਨਾ ਜਾਏ। ਦੇਖੋ ਇੱਕ ਨੁਕਸ ਹੈ, ਜਿਸ ਤਰ੍ਹਾਂ ਬਾਕੀ ਨੁਕਸ ਨੇ, ਹੋਣ ਦਾ ਸ਼ਗਾਫ ਹੈ, ਤਾਲੂ ਦਾ ਸ਼ਗਾਫ, ਕਮਰ ਦਾ ਫੋੜਾ, ਅਸੀਂ ਸਾਰੇ ਡਿਸਕਸ ਕੀਤੇ ਨੇ। ਇਸੇ ਤਰ੍ਹਾਂ ਪਿਸ਼ਾਬ ਦੀ ਜਗ੍ਹਾ ਜਾਂ ਬੱਚੇ ਦੇ ਜਿਹੜੇ ਸੈਕਸੁਅਲ ਆਰਗਨ ਨੇ ਉਹਦਾ ਸਹੀ ਤਰ੍ਹਾਂ ਨਾ ਬਣਨਾ ਵੀ ਇੱਕ ਨੁਕਸ ਹੈ, ਔਰ ਉਸ ਨੁਕਸ ਦਾ ਇਲਾਜ ਮੌਜੂਦ ਹੈ। ਤੇ ਕਿਉਂ ਅਸੀਂ ਉਹਨੂੰ ਛੁਪਾ ਕੇ ਰੱਖਦੇ ਹਾਂ, ਔਰ ਛੁਪਾਉਣ ਦੀ ਵਜ੍ਹਾ ਤੋਂ ਅਲਟੀਮੇਟਲੀ ਬੱਚਾ ਵੀ ਸਫਰ ਕਰਦਾ ਹੈ। ਸਹੀ। ਦੇਖੋ ਇੱਕ ਬੱਚਾ ਅਗਰ 22 ਸਾਲ ਦਾ ਹੋ ਗਿਆ, 18 ਸਾਲ ਦਾ ਹੈ, ਉਹਦਾ ਨਾਂ ਚੇਂਜ ਕੀਤਾ ਜਾਏਗਾ ਤਾਂ ਤੁਸੀਂ ਦੇਖ ਲਓ ਕਿ ਉਹਦਾ ਸੁਸਾਇਟੀ ਦੇ ਵਿੱਚ ਕੀ ਉਹਦੀ ਸਿਚੁਏਸ਼ਨ ਹੋਏਗੀ। ਸਹੀ। ਇਹ ਔਰ ਉਹ ਇਹੋ ਜਿਹੇ ਵਾਕਿਆਤ ਇਹੋ ਨੇ ਕਿ ਜਿਹੜੇ ਲੋਕ ਫਿਰ ਬਾਅਦ ਸੁਸਾਈਡ ਵੀ ਕਰ ਲੈਂਦੇ ਨੇ। ਜ਼ਾਹਿਰੀ ਗੱਲ ਹੈ, ਇੱਕ ਜ਼ਹਿਨੀ ਸਟ੍ਰੈਸ, ਪਰੇਸ਼ਾਨੀ, ਔਰ ਦੋਸਤਾਂ ਦਾ ਜਿਹੜਾ ਇੱਕ ਮਾਹੌਲ ਹੈ ਉਹਦੇ ਵਿੱਚ ਟੈਂਡੈਂਸੀ ਇਹਨਾਂ 'ਚ ਡਿਵੈਲਪ ਹੋ ਜਾਂਦੀ ਹੈ ਕਿ ਸੁਸਾਈਡ ਜਾਂ ਖੁਦਕਸ਼ੀ ਕਰ ਲੈਣ। ਤੇ ਇਸ ਚੀਜ਼ ਤੋਂ ਰੋਕਣ ਵਾਸਤੇ ਟਾਈਮਲੀ ਇਹਨਾਂ ਦਾ ਹਸਪਤਾਲ ਲੈ ਕੇ ਆਉਣਾ, ਡਾਕਟਰਸ ਨੂੰ ਚੈੱਕ ਕਰਾਉਣਾ, ਇਹਦਾ ਡਾਇਗਨੋਜ਼ ਕਰਨਾ ਔਰ ਇਹਦਾ ਟ੍ਰੀਟਮੈਂਟ ਕਰਾਉਣਾ ਬੜਾ ਜ਼ਰੂਰੀ ਹੈ। ਔਰ ਟ੍ਰੀਟਮੈਂਟ ਤੋਂ ਬਾਅਦ ਆਮ ਤੌਰ ਤੇ ਬੱਚੇ ਜਿਹੜੇ ਨੇ ਇਹ ਨਾਰਮਲ ਹੋ ਜਾਂਦੇ ਨੇ ਜਾਂ ਨੀਅਰ ਨਾਰਮਲ ਹੋ ਜਾਂਦੇ ਨੇ, ਯਾਨੀ ਇਸ ਤਰ੍ਹਾਂ ਹੋ ਜਾਂਦੇ ਨੇ ਕਿ ਇਹਨਾਂ ਨੂੰ ਬਾਅਦ 'ਚ ਨਾਂ ਚੇਂਜ ਕਰਨ ਦੀ ਜ਼ਰੂਰਤ ਨਹੀਂ, ਔਰ ਉਸੇ ਨਾਂ ਦੇ ਨਾਲ ਇਹ ਵੱਡੇ ਹੁੰਦੇ ਨੇ, ਸਕੂਲ 'ਚ ਦਾਖਲੇ ਲੈਂਦੇ ਨੇ, ਬੜੀ ਬੜੀ ਜੌਬ ਦੇ ਉੱਤੇ ਚਲ ਜਾਂਦੇ ਨੇ। ਸਹੀ। ਠੀਕ ਹੈ ਡਾਕਟਰ ਸਾਹਿਬ, ਬਾਲਾਂ ਦੇ ਵਿੱਚ ਬਾਜ਼ ਔਕਾਤ ਖੇਡਦੇ ਹੋਏ ਜਾਂ ਹਾਦਸਾਤੀ ਤੌਰ ਤੇ ਸਿਰ ਦੀ ਚੋਟ ਲੱਗ ਵਜਣੀ ਹੈ ਤਾਂ ਉਹको मैनेज किमें करना चाहिए वालदैन को, तो उनका इलाज क्या है? हादसाती चोट जो है ये हैड इंजरी है बेसिकली। जिस तरह ਵੱਡਿਆਂ ਦੇ ਵਿੱਚ ਹੈਡ ਇੰਜਰੀ ਬੜੀ ਕਾਮਨ ਹੈ, ਜੀ ਜੀ, ਇਸੇ ਤਰ੍ਹਾਂ ਬੱਚਿਆਂ ਦੇ ਵਿੱਚ ਵੀ ਸਿਰ 'ਚ ਸੱਟ ਲੱਗਣ ਤੋਂ ਬਾਅਦ ਸਿਰ ਦੇ ਅੰਦਰ ਖੂਨ ਜਮਾ ਹੋਣਾ ਬੜਾ ਕਾਮਨ ਸਿਨੈਰੀਓ है। हाँ जी। और ये कंडीशन इस वास्ते सीरियस है कि अगर खून ज़्यादा जमा हो जाएगा तो बच्चे की लाइफ जी है उन्होंने खतरा है और बच्चा कोलैप्स भी कर सकता है। अच्छा जी।
ਔਰ ਸਾਡੇ ਚੁੱਕੇ ਟ੍ਰੈਫਿਕ ਦੇ ਹਾਲਾਤ ਜਿਹੜੇ ਨੇ, ਔਰ ਜਿਸ ਤਰ੍ਹਾਂ ਥੋੜਾ ਜਿਹਾ ਕੇਅਰਲੈਸ ਐਟੀਟਿਊਡ ਹੈ ਸਾਡੇ ਵਾਲਿਦੈਨ ਦਾ, ਕਿ ਛੋਟੇ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਦੇ ਉੱਤੇ ਭੇਜ ਦਿੰਦੇ ਨੇ, ਠੀਕ ਹੈ ਨਾ, ਛੋਟੇ ਬੱਚੇ ਸੜਕ 'ਚ ਖੁਦ ਖੇਲ ਰਹੇ ਹੁੰਦੇ ਨੇ, ਜਾਂ ਛੋਟੇ ਬੱਚਿਆਂ ਨੂੰ ਗਾੜੀ ਚਲਾਉਣ ਦੇ ਵਾਸਤੇ ਵਾਲਿਦੈਨ ਅਲਾਓ ਕਰ ਦਿੰਦੇ ਨੇ ਗਾੜੀ ਚਲਾਓ, ਜਾਂ ਅਨਫੋਰਚੂਨੇਟਲੀ ਕੋਈ ਵੀ ਹਾਦਸਾ ਵੈਸੇ ਵੀ ਹੋ ਸਕਦਾ ਹੈ, ਤੇ ਹੈਡ ਇੰਜਰੀ ਵਾਲੇ ਬੱਚੇ ਜਿਹੜੇ ਨੇ ਇਮੀਡੀਏਟਲੀ ਹਸਪਤਾਲ ਲੈ ਕੇ ਜਾਣਾ ਜ਼ਰੂਰੀ ਹੈ। ਸਹੀ, ਕਦੀ ਵੀ ਨਾ ਕੋਸ਼ਿਸ਼ ਕੀਤੀ ਜਾਏ ਕਿ ਸਿਰ 'ਚ ਸੱਟ ਲੱਗੀ ਹੈ ਤੇ ਇਹਨੂੰ ਹੁਣ ਘਰ ਹੀ ਰੱਖਣਾ ਹੈ, ਕਿਉਂਕਿ ਕਈ ਦਫਾ ਇਹ ਵੀ ਦੇਖਿਆ ਗਿਆ ਹੈ ਕਿ ਹੈਡ ਇੰਜਰੀ ਵਾਲਾ ਬੱਚਾ ਐਪਰੈਂਟਲੀ ਠੀਕ ਹੁੰਦਾ ਹੈ, ਲੇਕਿਨ ਕੁਝ ਅਰਸੇ ਬਾਅਦ ਉਹਦਾ ਖੂਨ ਦਾ ਜਮਾ ਹੋਣ ਦੀ ਵਜ੍ਹਾ ਤੋਂ ਇੱਕਦਮ ਸੀਰੀਅਸ ਹੋ ਜਾਂਦਾ ਹੈ। ਸਹੀ, ਇਸ ਵਾਸਤੇ ਫੌਰਨ ਹਸਪਤਾਲ ਲਿਜਾਇਆ ਜਾਏ, ਉੱਥੇ ਉਹਦਾ ਪ੍ਰੋਪਰ ਇਲਾਜ ਸ਼ੁਰੂ ਕੀਤਾ ਜਾਏ। ਸਭ ਤੋਂ ਇੰਪੋਰਟੈਂਟ ਹੈ ਸੀਟੀ ਸਕੈਨ ਹੈ। ਸੀਟੀ ਸਕੈਨ ਕਰਕੇ ਅੰਦਾਜ਼ਾ ਹੋ ਜਾਂਦਾ ਹੈ ਦਿਮਾਗ ਦੀ ਕੀ ਹਾਲਤ ਹੈ, ਹੱਡੀ ਦਾ ਫ੍ਰੈਕਚਰ ਹੈ ਜਾਂ ਨਹੀਂ ਹੈ, ਖੂਨ ਕਿੰਨਾ ਕੁ ਅੰਦਰ ਇਕੱਠਾ ਹੋ ਰਿਹਾ ਹੈ। ਅਗਰ ਬੱਚੇ ਦਾ GCS ਯਾਨੀ ਉਹਦਾ ਗਲਾਸਗੋ ਕਾਮਾ ਸਕੇਲ ਯਾਨੀ ਉਹਦਾ ਕੌਨਸ਼ੀਅਸ ਲੈਵਲ ਠੀਕ ਹੈ, ਤੇ ਉਸ ਬੱਚੇ ਨੂੰ ਕੁਝ ਟਾਈਮ ਰੱਖ ਕੇ ਵਾਪਸ ਡਿਸਚਾਰਜ ਕਰ ਦਿੰਦੇ ਆ। ਸਹੀ, ਅਗਰ ਉਹਦਾ GCS ਡਿਟੀਰੀਓਰੇਟ ਕਰ ਰਿਹਾ ਤਾਂ ਦੁਬਾਰਾ ਸੀਟੀ ਸਕੈਨ ਰਿਪੀਟ ਹੁੰਦਾ ਹੈ। ਅਗਰ ਉਹਨੂੰ ਆਪਰੇਸ਼ਨ ਕਰਕੇ ਖੂਨ ਕੱਢਣ ਦੀ ਜ਼ਰੂਰਤ ਹੈ, ਉਹਦਾ ਆਪਰੇਸ਼ਨ ਕਰਕੇ ਦਿਮਾਗ ਚੋਂ ਜਿਹੜਾ ਕਲੌਟ ਬਣਿਆ ਹੈ ਉਹ ਬਾਹਰ ਕੱਢ ਦੋ, ਬੱਚੇ ਠੀਕ ਹੋ ਜਾਂਦੇ ਨੇ। ਸਹੀ, ਇਸ ਵਾਸਤੇ ਹੈਡ ਇੰਜਰੀ ਵਾਸਤੇ ਕਦੀ ਡਿਲੇ ਨਹੀਂ ਕਰਨਾ ਚਾਹੀਦਾ, ਔਰ ਇਮੀਡੀਏਟ ਹਸਪਤਾਲ ਦੇ ਵਿੱਚ ਲਿਜਾਣਾ, ਉਹਨੂੰ ਦਾਖਲ ਕਰਾਉਣਾ ਔਰ ਉਹਦਾ ਸੀਟੀ ਸਕੈਨ ਕਰਨਾ ਜਿਹੜਾ ਉਹ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਠੀਕ, ਸਭ ਤੋਂ ਪਹਿਲੀ ਗੱਲ ਤੇ ਆ ਕਿ ਇਹਨਾਂ ਬੱਚਿਆਂ ਨੂੰ ਵੈਸੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਵੈਸੇ ਪ੍ਰੀਵੈਂਟਿਵ ਮੈਜਰਸ ਲਿਆਇਆ ਜਾਏ, ਯਾਨੀ ਮਾਂ ਬਾਪ ਔਰ ਮਾਸਟਰ ਦੀ ਤਰਫੋਂ ਕੋਈ ਸਪੈਸੀਫਿਕ ਸਾਡੇ SOPs ਇਸ ਤਰ੍ਹਾਂ ਦੇ ਨਹੀਂ ਬਣੇ ਹੋਏ। ਅਗਰ ਬਣੇ ਵੀ ਨੇ ਤੇ ਉੱਤੇ ਅਮਲ ਨਹੀਂ ਹੋ ਰਿਹਾ ਹੁੰਦਾ, ਜਿਹਦੀ ਵਜ੍ਹਾ ਤੋਂ ਇਹ ਬੱਚੇ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਨੇ, ਸਿਰ 'ਚ ਸੱਟ ਦਾ ਸ਼ਿਕਾਰ ਹੁੰਦੇ ਨੇ। ਸਿਰਫ ਸਿਰ 'ਚ ਸੱਟ ਹੀ ਨਹੀਂ ਲੱਗਦੀ, ਬਲਕਿ ਇਹਨਾਂ ਦੇ ਹੱਡੀਆਂ ਦੇ ਫ੍ਰੈਕਚਰ, ਪੇਟ ਦਾ ਟਰਾਮਾ, ਇਹ ਬੜਾ ਕਾਮਨ ਹੈ। ਬਲਕਿ ਥੋੜੇ ਜਿਹੇ ਤੁਹਾਡੇ ਮੈਂ ਮਤਲਬ ਐਡ ਅਪ ਕਰਾਂਗਾ ਚੀਜ਼ਾਂ ਕਿ ਅੱਜ ਕੱਲ੍ਹ ਇਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋਇਆ ਹੈ, ਤੇ ਉਹ ਸਟ੍ਰੇ ਬੁਲਟਸ, ਇਹ ਗੋਲੀ ਜਿਹੜੀ ਹੈ ਇਹ ਜਦੋਂ ਉੱਤੇ ਜਾਂਦੀ ਹੈ ਔਰ ਵਾਪਸ ਆਉਂਦੀ ਹੈ, ਤਾਂ ਵਾਪਸ ਆ ਕੇ ਜਿਹੜੀ ਜਗ੍ਹਾ ਤੇ ਲੱਗਦੀ ਹੈ ਉਹ ਇੰਨੀ ਇੰਟੈਂਸਿਟੀ ਦੇ ਨਾਲ ਲੱਗਦੀ ਹੈ ਕਿ ਪੇਟ 'ਚ ਲੱਗ ਗਈ ਹੈ ਤੇ ਪੇਟ ਦੇ ਅੰਦਰ ਨਾਲੀਆਂ ਦੀ ਤਬਾਹੀ, ਅਗਰ ਲੱਤ 'ਚ ਲੱਗ ਗਈ ਹੈ ਤਾਂ ਫ੍ਰੈਕਚਰ ਕਰ ਦੇਗੀ, ਅਗਰ ਕਿਤੇ ਸਿਰ ਵਾਲੀ ਜਗ੍ਹਾ ਤੇ ਲੱਗ ਗਈ ਹੈ ਤਾਂ ਸਿਰ ਦੇ ਅੰਦਰ ਖੂਨ ਇਕੱਠਾ ਹੋ ਜਾਏਗਾ। ਇਹ ਕੇਸਿਸ ਬੜੇ ਕਾਮਨ ਅੱਜ ਕੱਲ੍ਹ ਆ ਰਹੇ ਨੇ ਸਾਡੇ ਕੋਲ। ਸਹੀ, ਤੇ ਇਹਦੀ ਜ਼ਾਹਰੀ ਇਹਦੀ ਵਜ੍ਹਾ ਤੇ ਉਹ ਫਾਇਰਿੰਗ ਹੈ ਨਾ, ਜਿਹੜੀ ਫਾਇਰਿੰਗ ਕੀਤੀ ਜਾਂਦੀ ਉਹਦੀ ਵਜ੍ਹਾ ਤੋਂ ਆਉਂਦੇ ਨੇ। ਤੇ ਇਹਦੇ ਵਾਸਤੇ ਵੀ ਜ਼ਰੂਰੀ ਹੈ ਕਿ ਬੱਚਿਆਂ ਨੂੰ ਜਾਂ ਤਾਂ ਇਸ ਜਗ੍ਹਾ ਤੇ ਲਿਜਾਇਆ ਨਾ ਜਾਏ, ਜਾਂ ਇਹਦੇ ਵਾਸਤੇ ਪ੍ਰੋਪਰ ਕੋਈ ਰੂਲਸ ਹੋਣੇ ਚਾਹੀਦੇ ਨੇ, ਕੋਈ ਲੈਜਿਸਲੇਸ਼ਨ ਹੋਣੀ ਚਾਹੀਦੀ ਹੈ ਕਿ ਇਸ ਚੀਜ਼ ਨੂੰ ਰੋਕਿਆ ਜਾਏ। ਔਰ ਬੜੇ ਸੀਰੀਅਸ ਹੋ ਕੇ ਬੱਚੇ ਸਾਡੇ ਕੋਲ ਆ ਰਹੇ ਨੇ ਕਿ ਜਿਹਨਾਂ ਨੂੰ ਫਾਇਰ ਆਰਮ ਲੱਗਾ ਹੁੰਦਾ ਹੈ, ਔਰ ਉਹਨਾਂ ਨੂੰ ਅਲਟੀਮੇਟਲੀ ਫਿਰ ਦਾਖਲਾ, ਫਿਰ ਆਪਰੇਸ਼ਨ, ਫਿਰ ਕਈ ਹਫ਼ਤੇ ਲੱਗਦੇ ਨੇ ਠੀਕ ਹੋਣ ਦੇ। ਸਹੀ, ਡਾਕਟਰ ਸਾਹਿਬ ਬਾਲਾਂ ਦੇ ਵਿੱਚ ਅਪੈਂਡਿਕਸ ਜਿਹੜਾ ਹੈ ਬੱਚਿਆਂ ਦੇ ਵਿੱਚ ਉਨਾ ਹੀ ਕਾਮਨ ਹੈ ਜਿੰਨਾ ਵੱਡਿਆਂ 'ਚ ਕਾਮਨ ਹੈ। ਠੀਕ, ਔਰ ਬੱਚਿਆਂ ਦੇ ਵਿੱਚ ਵੀ ਅਪੈਂਡਿਕਸ ਹੁੰਦਾ ਹੈ। ਅੱਛਾ ਜੀ, ਕੁਝ ਲੋਕ ਸਮਝਦੇ ਨੇ ਕਿ ਸ਼ਾਇਦ ਬੱਚਿਆਂ 'ਚ ਅਪੈਂਡਿਕਸ ਜਿਹੜਾ ਨਹੀਂ ਹੈਗਾ, ਇਹ ਵੱਡਿਆਂ ਦੀ ਬਿਮਾਰੀ ਹੈ। ਹਾਂਜੀ, ਲੇਕਿਨ ਬੱਚਿਆਂ 'ਚ ਵੀ ਅਪੈਂਡਿਕਸ ਹੁੰਦਾ, ਔਰ ਬੱਚਿਆਂ ਦੇ ਵਿੱਚ ਹਾਈ ਡਿਗਰੀ ਆਫ ਸਸਪੀਸ਼ਨ ਚਾਹੀਦਾ ਹੈ, ਯਾਨੀ ਅਗਰ ਬੱਚੇ 'ਚ ਪੇਟ ਦਾ ਦਰਦ ਹੈ ਤਾਂ ਅਪੈਂਡਿਕਸ ਨੂੰ ਸਭ ਤੋਂ ਪਹਿਲੇ ਰੱਖਣਾ ਚਾਹੀਦਾ ਹੈ। ਅੱਛਾ ਜੀ, ਔਰ ਹੁੰਦਾ ਇਹ ਆ ਕਿ ਉਹ ਆਮ ਤੌਰ ਤੇ ਵਾਲਿਦੈਨ ਵੀ ਸੋਚ ਰਹੇ ਹੁੰਦੇ ਨੇ ਕਿ ਸ਼ਾਇਦ ਇਹ ਅਪੈਂਡਿਕਸ ਨਹੀਂ, ਔਰ ਕਈ ਦਫਾ ਅਪੈਂਡਿਕਸ ਫਟ ਕੇ ਆਉਂਦਾ ਹੈ। ਜ਼ਾਹਿਰ ਹੈ ਅਗਰ ਨਾਰਮਲ ਅਪੈਂਡਿਸਾਈਟਸ ਹੈ यानी फटिया नहीं तो अज ऑपरेशन करो कल छुट्टी हो गई, लेकिन अगर फटिया होया है तो वह वीक्स और महीने से जा पैंदी है गल, उस टाइम ज़्यादा लगता है ठीक होने वास्ते, पस पै जाती है, ऑपरेशन लंबा हो जाता है। ठीक है ना, इस वास्ते अपेंडिक्स जिहड़ा वा ਉਹਨੂੰ ਵੀ ਕੈਜੂਅਲ ਨਹੀਂ ਲੈਣਾ ਚਾਹੀਦਾ, ਫੌਰਨ ਉਹਨੂੰ ਐਡਮਿਟ ਕਰਕੇ ਉਹਨੂੰ ਇਨਵੈਸਟੀਗੇਟ ਕਰਨਾ ਚਾਹੀਦਾ, ਔਰ ਅਗਰ ਆਪਰੇਸ਼ਨ ਦੀ ਜ਼ਰੂਰਤ ਹੈ ਤੇ ਕਰਾਉਣਾ ਚਾਹੀਦਾ ਹੈ। कितनी उम्र ਦੇ ਬਾਲਾਂ को अपेंडिक्स थी सकते हैं? देखिए अपेंडिक्स ਜਿਹੜਾ एक वेस्टिजियल ऑर्गन है। जी जी, अपेंडिक्स जो है ये बड़ी आंत के साथ एक आंत का हिस्सा है जो लगा हुआ है। सही, और ਇਹਦੀ इन्फेक्शन या ਇਹਦੀ इन्फ्लेमेशन किसी उम्र 'ਚ ਵੀ ਹੋ ਸਕਦੀ ਹੈ। सही, यानी 2 ਸਾਲ 3 ਸਾਲ 5 ਸਾਲ 'ਚ ਅਸੀਂ ਰੂਟੀਨ 'ਚ ਦੇਖਦੇ ਹਾਂ ਕਿ ਅਪੈਂਡਿਕਸ ਦਾ ਜਿਹੜਾ ਇਨਫਲੇਮ ਹੋਇਆ ਹੁੰਦਾ ਹੈ, ਔਰ 12 13 14 15 ਸਾਲ ਵਿੱਚ ਤਾਂ ਬੜੀ ਕਾਮਨ ਪ੍ਰੈਜੈਂਟੇਸ਼ਨ ਹੈ ਅਪੈਂਡਿਸਾਈਟਿਸ। ਸਹੀ, ਇਸ ਵਾਸਤੇ ਅਪੈਂਡਿਕਸ ਦੇ ਵਾਸਤੇ ਏਜ ਬਾਉਂਡ ਨਾ ਕੀਤਾ ਜਾਏ ਕਿ ਅਪੈਂਡਿਕਸ ਇਸ ਉਮਰ 'ਚ ਨਹੀਂ ਹੁੰਦਾ, ਕਿਸੇ ਉਮਰ 'ਚ ਵੀ ਹੋ ਸਕਦਾ ਹੈ, लेकिन अगर है तो इन्हू प्रॉपर डायग्नोज करना और इसका इलाज कराना जरूरी है। सही, डॉक्टर साहब वालदैन को कोई पैगाम देना चाहो? बच्चों के वालदैन वास्ते स्पैसिफिकली मेरा मैसेज है कि बच्चों के जोड़े पैदाइशी नुक्स ने, ये मतलब किसी बच्चे कोई नुक्स भी हो सकता है। ये वास्ते ये नहीं कि बच्चा पैदाइशी नुक्स वाला पैदा हो गया है तो वो माँ जी है वो कोई नुक्स है, या वो जोड़े वालदैन ने या वालद है वो कोई नुक्स है, ਇਹਦੇ ਵਾਸਤੇ ਕੋਈ ਮਤਲਬ ਜ਼ਰੂਰੀ ਨਹੀਂ ਹੈਗਾ, ਔਰ ਹਰ ਨੁਕਸ ਦਾ ਇਲਾਜ ਮੌਜੂਦ ਹੈ। ਸਿਰਫ ਮਸਲਾ ਇਹ ਆ ਕਿ ਇਸ ਨੁਕਸ ਵਾਲੇ ਬੱਚੇ ਨੂੰ ਫੌਰਨ ਹਸਪਤਾਲ ਲੈ ਕੇ ਆਣਾ, ਉਹਨੂੰ ਦਾਖਲ ਕਰਾਉਣਾ ਜਾਂ ਉਹਦਾ ਇਲਾਜ ਕਰਾਉਣਾ ਜ਼ਰੂਰੀ ਹੈ।
ਦੂਸਰਾ ਇਹ ਆ ਕਿ ਅਲਹਮਦੁਲਿਲਾ ਨਿਸ਼ਤਰ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਹੈਲਥ ਕਾਰਡ ਦੀ ਸਹੂਲਤ ਮੌਜੂਦ ਹੈ ਔਰ ਹਰ ਬੱਚਾ ਜਿਹਦੇ ਵਿੱਚ ਕੋਈ ਸਰਜੀਕਲ ਪ੍ਰੋਬਲਮ ਹੈ ਉਹਦਾ ਸਾਨੂੰ ਫਾਰਮ ਬੇ ਚਾਹੀਦਾ ਹੈ, ਨਾਲ ਉਹਦਾ ਜਿਹੜਾ ਸਾਨੂੰ ਆਈਡੀ ਕਾਰਡ ਚਾਹੀਦਾ ਹੈ ਉਹਦੇ ਵਾਲਿਦੈਨ ਦਾ। ਇਹ ਦੋ ਚੀਜ਼ਾਂ ਲੈ ਕੇ ਸਾਡੇ ਕੋਲ ਆਉਣਾ, ਉਹਦਾ ਬਿਲਕੁਲ ਫ੍ਰੀ ਮੁਫਤ ਇਲਾਜ ਮੌਜੂਦ ਹੈ, ਬਲਕਿ 5 ਦਿਨ ਦੀ ਦਵਾਈ ਵੀ ਅਸੀਂ ਉਹਨੂੰ ਦੇ ਰਹੇ ਹਾਂ। ਸਹੀ। ਸਾਡੇ ਵੀਸੀ ਸਾਹਿਬ ਮਾਸ਼ਾਅੱਲਾ ਰਾਣਾ ਅਲਤਾਫ ਸਾਹਿਬ ਔਰ ਪ੍ਰਿੰਸੀਪਲ ਇਫਤਖਾਰ ਸਾਹਿਬ ਦੀ ਵਿਜ਼ਨ ਦੇ ਨਾਲ ਇਮੀਡੀਏਟ ਬੇਸਿਸ ਤੇ ਉਹਦਾ ਦਾਖਲਾ ਹੁੰਦਾ ਹੈ ਬੱਚਿਆਂ ਦਾ ਔਰ ਉਹਨੂੰ ਅਸੀਂ ਆਪਣੇ ਵਾਰਡ 'ਚ ਇਲਾਜ ਕਰਦੇ ਹਾਂ। ਉਹਦਾ ਕੋਈ ਕਾਸਟ ਨਹੀਂ ਲੱਗਦੀ, ਮਹਿੰਗੀ ਤੋਂ ਮਹਿੰਗੀ ਦਵਾਈ ਵੀ ਬਿਲਕੁਲ ਫ੍ਰੀ ਦੇ ਰਹੇ ਹਾਂ। ਠੀਕ ਹੈ ਨਾ ਡਾਕਟਰ ਸਾਹਿਬ, ਤੁਹਾਡੀ ਆਮਦ ਦਾ ਬਹੁਤ ਬਹੁਤ ਸ਼ੁਕਰੀਆ। ਮਾਸ਼ਾਅੱਲਾ ਤੁਸਾਂ ਬੜੀ ਮੁਫੀਦ ਮਾਲੂਮਾਤ ਸਾਡੇ ਨਾਜ਼ਰੀਨ को दसी ਤੇ ਮੈਂ ਵੱਲ ਤੁਹਾਡਾ ਸ਼ੁਕਰੀਆ ਅਦਾ ਕਰੇ ਸਾਂ ਕਿ ਕੀਮਤੀ ਵਕਤ ਵਿੱਚੋਂ ਤੁਸਾਂ ਸਾਡੇ ਨਾਜ਼ਰੀਨ ਵਾਸਤੇ ਟਾਈਮ ਕੱਢਾ। जी नाजरीन, अज का प्रोग्राम तुसां डिठा, इहदे विच डॉक्टर साहब ने बड़ी खूबसूरत गल्लां कीतियां। इहदे विच जिहड़ा खुलासा और इंदी प्रोग्राम की समरी है वो इहो है कि खुदा ना खास्ता अगर कोई बाल इहो जिहा पैदा थी वेंदे जिहदे होंठ कट्टे हुए होंदे, तालू कट्टे हुए, पाँव टेढ़े होंदे, तो इहदे विच शर्म महसूस करने की जरूरत कै नहीं। उन्हां को तुसां प्रॉपर डॉक्टर साहब दे कोले घिन के आओ, डॉक्टर साहब उन्हां दा इलाज करे सन ते बाल बिल्कुल ठीक थी वे सन, अपनी नॉर्मल जिंदगी गुजार सी। तो इन्हां अल्फाज दे नाल मैं तुहाडे कोलों इजाज़त गिनसा। अगले प्रोग्राम तक अपने मेज़बान मोहम्मद तनवीर तूर को इजाज़त दिओ। अल्लाह सोने दे हवाले।